ਮਾਤਾ ਪਿਤਾ ਦੀ ਕੀਤੀ ਚੰਗੀ ਨੂੰ ਸਦਾ ਹੀ ਚੇਤਾ ਰੱਖਣਾ ਚਾਹੀਦਾ। ਜੇ ਮਾਂ ਪਿਓ ਦੀ ਕੀਤੀ ਨੂੰ ਭੁੱਲ ਜਾਂਦੇ ਹਾਂ ਤੇ ਆਪਾਂ ਅਕਿਰਤ ਕਾਣਾ, ਅਕਿਰਤ ਘਣਤਾ ਸਭ ਪਾਪਾਂ ਤੋਂ ਵੱਡਾ ਪਾਪ ਹੈ। ਉਹ ਮਾਤਾ ਪਿਤਾ ਦਾ ਦੇਣ ਤਾਂ ਦੇ ਹੀ ਨਹੀਂ ਸਕਦੇ। ਕਾਲ ਕਲੇਸ਼ ਮਿਟਾਏ ਸਤਿਗੁਰ। ਸਤਿਗੁਰੂ ਆਪਣੇ ਸਿੱਖਾਂ ਦੇ ਕਲੇਸ਼ ਮਿਟਾ ਦਿੰਦਾ, ਉਹਨਾਂ ਦੇ ਦੁੱਖ ਮਿਟਾ ਦਿੰਦਾ। ਦੁੱਖ ਮਿਟਾਉਣ ਵਾਸਤੇ ਹੀ, ਸੁੱਖਾਂ ਦੀ ਪ੍ਰਾਪਤੀ ਕਰਨ ਵਾਸਤੇ ਆਪਾਂ ਗੁਰੂ ਦੇ ਚਰਨੀ ਲੱਗਦੇ ਹਾਂ, ਆਪਾਂ ਗੁਰੂ ਧਾਰਨ ਕਰਦੇ ਹਾਂ। ਦੁੱਖ ਤੇ ਸੁੱਖ ਕਈ ਪ੍ਰਕਾਰ ਦੇ ਨੇ। ਇਸ ਸੰਸਾਰ ਦੇ ਦੁੱਖ, ਜਮਰਾਜ ਦੇ, ਜਮਗਣਾਂ ਦੇ ਦੁੱਖ ਤੇ ਅਗਲੇ ਸੰਸਾਰ ਦੇ ਦੁੱਖ, ਕਈਆਂ ਜੂਨਾਂ ਦੇ ਦੁੱਖ। ਸੋ ਸਤਿਗੁਰੂ ਦੇ ਚਰਨੀ ਲੱਗਿਆਂ ਹਰ ਪ੍ਰਕਾਰ ਦੇ ਦੁੱਖ ਮਿਟ ਜਾਂਦੇ। ਪਰ ਮਿਟਦੇ ਤਾਂ ਨੇ ਜੇ ਆਪਾਂ ਸਤਿਗੁਰੂ ਦਾ ਬਚਨ ਮੰਨੀਏ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਜਿਹੜਾ ਗੁਰੂ ਦੇ ਭਾਣੇ ਤੋਂ ਇੱਥੇ ਮਤਲਬ ਗੁਰੂ ਦਾ ਬਚਨ, ਗੁਰੂ ਦੇ ਹੁਕਮ ਵਿੱਚ ਜਿਹੜਾ ਆਉਂਦਾ ਹੈ, ਉਹ ਹੀ ਅਸਲੀ ਸਿੱਖ। ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੁਣਿਆ ਸਿੱਖੀ ਕੰਨੇ। ਕੰਨਾਂ ਨਾਲ ਸਤਿਗੁਰੂ ਦਾ ਉਪਦੇਸ਼ ਸੁਣ ਕੇ ਤੇ ਮਨ ਵਿੱਚ ਵਸਾ ਕੇ ਫਿਰ ਕੀ ਕੀਤਾ, ਉਸ ਉਪਦੇਸ਼ ਨੂੰ ਕਮਾਇਆ। ਤੇ ਗੁਰ ਕਾ ਬਚਨ ਕਮਾਵਣੇ, ਗੁਰੂ ਦਾ ਬਚਨ ਕਮਾਉਣਾ, ਮੰਨਣਾ। ਸੋ ਇਸ ਕਰਕੇ ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਪਿਆਰਿਓ, ਜਿਹੜਾ ਗੁਰੂ ਦਾ ਬਚਨ ਮੰਨਦਾ ਉਹ ਹੀ ਸਿੱਖ ਦੱਸਿਆ ਗਿਆ ਗੁਰਬਾਣੀ ਅਨੁਸਾਰ। ਤੇ ਗੁਰੂ ਦੇ ਬਚਨ ਜੇ ਆਪਾਂ ਮੰਨਾਂਗੇ ਫਿਰ ਆਪਾਂ ਪੱਕੀ ਗੱਲ ਸੁਖੀ ਹੋਵਾਂਗੇ। ਮੈਂ ਆਪ ਜੀ ਨੂੰ ਕਈ ਬਚਨ ਗੁਰੂ ਜੀ ਦੇ ਪਿਛਲੇ ਦਿਨਾਂ ਵਿੱਚ ਦੱਸ ਚੁੱਕਿਆ। ਹੋ ਸਕਦਾ ਉਹ ਬਚਨ ਮੰਨਣ ਨਾਲ ਆਪ ਜੀ ਨੂੰ ਲਾਭ ਹੋਇਆ ਹੋਵੇ। ਉਹਨਾਂ ਬਚਨਾਂ ਦੇ ਨਾਲ ਸੰਬੰਧਿਤ ਹੀ ਇੱਕ ਬਚਨ ਹੋਰ ਦੱਸਣ ਲੱਗਾ। ਉਹ ਬਚਨ ਜਿਹੜੇ ਨੇ ਕਿੰਨੇ ਕੁ ਆਪਾਂ ਆਪਣੇ ਜੀਵਨ ਵਿੱਚ ਢਾਲੇ ਨੇ, ਜਰਾ ਆਪੋ ਆਪਣੇ ਅੰਦਰ ਝਾਤੀ ਮਾਰਿਓ ਅਤੇ ਵਿਸ਼ਲੇਸ਼ਣ ਕਰੋ, ਆਤਮ ਵਿਸ਼ਲੇਸ਼ਣ ਕਰੋ ਕਿ ਅਸੀਂ ਉਹ ਬਚਨ ਕਿੰਨੇ ਕੁ ਮੰਨੇ ਤੇ ਉਹਦੇ ਨਾਲ ਸਾਨੂੰ ਕਿੰਨਾ ਕੁ ਘਾਟਾ ਪਿਆ, ਕਿੰਨਾ ਘਾਟਾ ਪਿਆ ਤੇ ਕਿੰਨਾ ਲਾਭ ਹੋਇਆ। ਮੈਂ ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਨਿਵਣ ਸੋ ਅੱਖਰ ਖੇਵਣ ਗੁਣ, ਜੇ ਬਾ ਮਣੀਆਂ ਮੰਤ। ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਵਸ ਆਏ ਕਰ। ਮਿੱਠਾ ਬੋਲਣਾ, ਖਿਮਾ ਕਰ ਦੇਣੀ, ਕਿਸੇ ਗਲਤੀ ਤੋਂ ਕਿਸੇ ਨੂੰ ਖਿਮਾ ਕਰ ਦੇਣੀ, ਲਗਾਤਾਰ ਕਰਨ ਵਾਲੇ ਨੂੰ ਨਹੀਂ। ਮਿੱਠਾ ਬੋਲਣਾ, ਖਿਮਾ ਕਰਨੀ ਤੇ ਨਿਮਰਤਾ ਰੱਖਣੀ। ਇਸੇ ਤਰ੍ਹਾਂ ਦੇ 3-4 ਹੋਰ ਵੀ ਮੈਂ ਆਪ ਜੀ ਨੂੰ ਗੁਰੂ ਕੇ ਬਚਨ ਦੱਸੇ ਸਨ। ਇੱਕ ਬਚਨ ਥੋੜ੍ਹਾ ਜਿਹਾ ਆਪ ਜੀ ਨੂੰ ਗੁਰੂ ਕਾ ਅੱਗੇ ਵੀ ਦੱਸਿਆ ਸੀ, ਅੱਜ ਉਹਦਾ ਵਿਸਤਾਰ ਕਰਾਂਗਾ। ਸਾਧ ਸੰਗਤ ਜੀ, ਆਪ ਜੀ ਨੂੰ ਬੇਨਤੀ ਕੀਤੀ ਸੀ ਕਿ ਕਿਸੇ ਦੀ ਚੰਗੀ ਕੀਤੀ ਨੂੰ ਭੁੱਲੋ ਨਾ, ਕਿਸੇ ਦੀ ਚੰਗੀ ਕੀਤੀ ਨੂੰ ਯਾਦ ਰੱਖੀਏ ਤਾਂ ਫਿਰ ਆਪਣੇ ਘਰ ਵਿੱਚ ਕਲੇਸ਼ ਘੱਟ ਪੈਂਦਾ, ਬਿਲਕੁਲ ਨਹੀਂ ਪੈਂਦਾ। ਕਿਉਂਕਿ ਸਾਨੂੰ ਪਹਿਲੀ ਗੱਲ ਹੈ, ਗੁੱਸਾ ਕਦੋਂ ਆਉਂਦਾ? ਕਲੇਸ਼ ਆਉਣ ਤੋਂ ਪਹਿਲਾਂ ਗੁੱਸਾ ਆਉਂਦਾ। ਗੁੱਸਾ ਕਦੋਂ ਆਉਂਦਾ? ਗੁੱਸਾ ਸਾਨੂੰ ਉਦੋਂ ਆਉਂਦਾ ਜਦੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਕਿਸੇ ਨੇ ਸਾਡੀ ਇੱਛਾ ਦੇ ਵਿਰੁੱਧ ਕੋਈ ਕੰਮ ਕੀਤਾ, ਕਰਨ ਜਾ ਰਿਹਾ, ਉਹ ਕੰਮ ਹੋ ਰਿਹਾ ਮੇਰੀ ਇੱਛਾ ਦੇ ਵਿਰੁੱਧ ਹੈ ਅਤੇ ਇਹ ਬਹੁਤ ਗਲਤ ਕੰਮ ਕਰ ਰਿਹਾ, ਮੈਨੂੰ ਦੁਖੀ ਕਰ ਰਿਹਾ।
ਹੁਣ ਉਸ ਮੌਕੇ 'ਤੇ ਜਦੋਂ ਸਾਨੂੰ ਗੁੱਸਾ ਆਉਂਦਾ, ਫਿਰ ਗੁੱਸਾ ਆਉਣ ਤੋਂ ਬਾਅਦ ਉਹ ਆਪਾਂ ਗੁੱਸੇ ਦਾ ਪ੍ਰਗਟਾਵਾ ਕਿਸੇ ਨਾ ਕਿਸੇ ਰੂਪ 'ਚ ਕਰ ਦਿੰਦੇ ਹਾਂ। ਜੇ ਤਗੜੇ ਹਾਂ ਤਾਂ ਮਾੜੇ ਨੂੰ ਠੋਕ ਦਿੰਦੇ ਹਾਂ, ਜੇ ਆਪਾਂ ਮਾੜੇ ਹਾਂ ਤੇ ਚੀਂ ਚੀਂ ਕਰ ਲੈਂਦੇ ਹਾਂ, ਤੇ ਜਾਂ ਕਿਸੇ ਨੂੰ ਕਹਿ ਦਿੰਦੇ ਹਾਂ ਕਿ ਤੂੰ ਆ ਕਿਉਂ ਕੀਤਾ ਸੀ। ਆਪਣਾ ਗੁੱਸਾ ਕਿਸੇ ਨਾ ਕਿਸੇ ਰੂਪ 'ਚ ਕੱਢਦੇ ਹਾਂ ਤੇ ਮਾੜੇ ਸ਼ਬਦਾਂ 'ਚ ਕੱਢਦੇ ਹਾਂ। ਅੱਗੋਂ ਫਿਰ ਉਹ ਫੇਰ ਕੱਢ ਦਿੰਦਾ, ਅੱਗੋਂ ਭਾਵੇਂ ਉਹ ਤਗੜਾ ਜਾਂ ਮਾੜਾ, ਉਹ ਆਪਣੇ ਤਰੀਕੇ ਨਾਲ ਅੱਗੋਂ ਫਿਰ ਗੁੱਸਾ ਕੱਢਦਾ। ਸੋ ਆਪਾਂ ਜਦੋਂ ਗੁੱਸਾ ਸਾਨੂੰ ਕਿਸੇ 'ਤੇ ਆਉਂਦਾ ਹੈ ਤੇ ਲਗਾਤਾਰ ਹੀ ਆਈ ਜਾਂਦਾ ਹੈ, ਫਿਰ ਉਹਦੀ ਇੱਕ ਲੜੀ ਸ਼ੁਰੂ ਹੋ ਜਾਂਦੀ ਹੈ, ਗੇੜ ਚੱਲਦਾ ਹੈ। ਜਿਵੇਂ ਟਿੰਡਾਂ ਦਾ ਪੁਰਾਣੇ ਜ਼ਮਾਨੇ 'ਚ ਚੱਲਦਾ ਹੁੰਦਾ ਸੀ, ਉਹ ਇੱਕ ਗੇੜ ਚੱਲਦਾ। ਇਹ ਬਹੁਤ ਭੈੜਾ, ਇਹ ਬਹੁਤ ਭੈੜੀ ਹੈ। ਕਿਸੇ ਵੀ ਤਰ੍ਹਾਂ ਦਾ ਜੋ ਵੀ ਸਾਡੇ ਮਨ ਦੇ ਵਿੱਚ ਵਿਚਾਰ ਆਉਂਦੇ ਨੇ, ਉਹਨਾਂ ਦਾ ਇੱਕ ਜਿਹੜਾ ਗੇੜ ਚੱਲਦਾ ਹੈ, ਉਹ ਫਿਰ ਲਗਾਤਾਰ ਚੱਲਦਾ ਚੱਲਦਾ ਫਿਰ ਹੌਲੀ 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 ਵੱਡਾ ਹੋਈ ਜਾਂਦਾ। ਜਿਵੇਂ ਛੋਟੇ ਜਿਹੇ ਕੋਲੇ ਤੋਂ ਅੱਗ ਬਲਣੀ ਸ਼ੁਰੂ ਹੁੰਦੀ ਹੈ। ਇੱਥੇ ਅਮਰੀਕਾ ਵਗੈਰਾ ਦੇ ਵਿੱਚ ਵੱਡੇ ਵੱਡੇ ਜੰਗਲ ਨੇ, ਕੈਲੀਫੋਰਨੀਆ 'ਚ, ਇੱਥੇ ਬਾਰਿਸ਼ ਬਹੁਤ ਘੱਟ ਹੁੰਦੀ ਹੈ। ਉਹ ਸੁੱਕੇ ਜੰਗਲਾਂ ਦੇ ਵਿੱਚ ਬੜੀ ਅੱਗ ਲੱਗਦੀ, ਕਈ ਵਾਰੀ ਤਾਂ ਸ਼ਹਿਰ ਹੀ ਪੂਰਾ ਸਾੜ ਦਿੰਦੀ ਉਹ ਜੰਗਲਾਂ ਦੀ ਅੱਗ। ਉਹ ਜੰਗਲਾਂ 'ਚ ਅੱਗ ਲੱਗਣ ਦਾ ਇੱਕ ਕਾਰਨ ਇਹ ਹੁੰਦਾ ਕਿ ਲੋਕ ਸਿਗਰਟਾਂ ਪੀਂਦੇ ਨੇ, ਉਹ ਪੀਂਦੇ ਪੀਂਦੇ ਉਹਦਾ ਛੋਟਾ ਜਿਹਾ ਬੁਝਿਆ ਹੋਇਆ ਟੋਟਾ ਰਹਿੰਦਾ, ਉਹਨੂੰ ਚੁੱਕ ਕੇ ਸੁੱਟ ਦਿੰਦੇ ਨੇ। ਉਹ ਕਿੰਨਾ ਨਿੱਕਾ ਜਿਹਾ ਹੁੰਦਾ, ਸਾਰੇ ਜੰਗਲ ਨੂੰ ਅੱਗ ਲਾ ਦਿੰਦਾ ਨੇ। ਇਸੇ ਤਰ੍ਹਾਂ ਨਿੱਕੀਆਂ ਨਿੱਕੀਆਂ ਗੱਲਾਂ ਸਾਡੇ ਘਰ ਨੂੰ ਬਰਬਾਦ ਕਰ ਦਿੰਦੀਆਂ ਨੇ, ਸਾਡੇ ਪਰਿਵਾਰ ਨੂੰ ਉਜਾੜ ਦਿੰਦੀਆਂ ਨੇ। ਨਿੱਕੀ ਜਿਹੀ ਚਿੰਗਾਰੀ ਅੱਗ ਦਾ ਵੱਡੀ ਵੱਡੀ ਦਾ ਭਿਆਨਕ ਰੂਪ ਲੈ ਜਾਂਦੀ ਹੈ ਜਦੋਂ ਸਾਡੇ ਅੰਦਰ ਇੱਕ ਲੜੀ ਚੱਲਦੀ ਹੈ। ਜਦੋਂ ਆਪ ਜੀ ਵਿਚਾਰੋਗੇ ਮੇਰੀ ਗੱਲ ਨੂੰ ਕਿ ਹਰ ਇੱਕ ਮਨੁੱਖ ਦੇ ਅੰਦਰ ਇੱਕ ਲੜੀ ਚੱਲਣੀ ਸ਼ੁਰੂ ਹੋ ਜਾਂਦੀ ਹੈ। ਇਹ ਬਹੁਤ ਭੈੜਾ ਹੈ, ਇਹ ਬਹੁਤ ਚੰਗਾ। ਭੈੜਾ ਭੈੜੀ ਕੁਛ ਵੀ ਜੋ ਅਸੀਂ ਆਖਣਾ ਉਹਨੂੰ ਆਖੀ ਜਾਂਦੇ ਹਾਂ, ਅੰਦਰੋਂ ਅੰਦਰ ਕੁੜੀ ਜਾਂਦੇ ਹਾਂ। ਸੱਚੇ ਪਾਤਸ਼ਾਹ ਦਾ ਬਚਨ ਹੈ, ਪਰ ਕਾ ਬੁਰਾ ਨਾ ਰੱਖੋ ਚੀਤ। ਚਿੱਤ ਦੇ ਵਿੱਚ ਕਿਸੇ ਦਾ ਬੁਰਾ ਨਾ ਰੱਖ। ਕਿਸੇ ਨੂੰ ਕੁੱਟਣਾ ਤਾਂ ਕੁੱਟ ਦੇ ਨਾ, ਉਹ ਵੱਖਰੀ ਗੱਲ ਹੈ, ਪਰ ਜਦੋਂ ਆਪਾਂ ਅੰਦਰੋਂ ਅੰਦਰ ਰਿੱਝਦੇ ਹਾਂ ਨਾ, ਉਹ ਕਿਸੇ ਦਾ ਕੁਝ ਨਹੀਂ ਵਿਗੜਦਾ, ਸਾਡਾ ਹੀ ਨੁਕਸਾਨ ਹੁੰਦਾ। ਸੋ ਆਪਾਂ ਜਦੋਂ ਲਗਾਤਾਰ ਕਿਸੇ 'ਤੇ ਔਖੇ ਹੁੰਦੇ ਹਾਂ, ਤੇ ਔਖੇ ਇਸ ਕਰਕੇ ਹੁੰਦੇ ਹਾਂ ਕਿ ਕੋਈ ਸਾਨੂੰ ਤੰਗ ਕਰ ਰਿਹਾ, ਕੋਈ ਗਲਤ ਕੰਮ ਕਰ ਰਿਹਾ ਤੇ ਲਗਾਤਾਰ ਕਰੀ ਜਾ ਰਿਹਾ। ਅਸੀਂ ਉਹ ਕਰੀ ਜਾ ਰਿਹਾ ਜਾਂ ਨਹੀਂ, ਅਸੀਂ ਜ਼ਰੂਰ ਸੋਚ ਲੈਂਦੇ ਕਿ ਉਹ ਕਰੀ ਜਾ ਰਿਹਾ, ਤੇ ਅਸੀਂ ਔਖੇ ਹੋਈ ਜਾਂਦੇ। ਜਦੋਂ ਉਹ ਸਾਡਾ ਪਰਿਵਾਰਕ ਜੀ ਹੋ ਸਕਦਾ ਸੱਚੀ ਮੁੱਚੀ ਸਾਨੂੰ ਤੰਗ ਕਰਦਾ ਹੋਵੇ, ਹੋ ਸਕਦਾ ਕੋਈ ਗਲਤ ਕੰਮ ਵੀ ਕਰਦਾ ਹੋਵੇ, ਉਹ ਕਰਦਾ ਜਾਂ ਨਹੀਂ ਕਰਦਾ, ਪਰ ਆਪਾਂ ਜ਼ਰੂਰ ਔਖੇ ਹੋਈ ਜਾਂਦੇ। ਆਪਾਂ ਨੂੰ ਸੌਖੇ ਹੋਣ ਦੀ ਲੋੜ ਹੈ। ਆਪਾਂ ਨੂੰ ਸੌਖੇ ਹੋਣ ਦੀ ਲੋੜ ਹੈ। ਤੇ ਸੌਖੇ ਕਿਵੇਂ ਹੋਵਾਂਗੇ, ਸੋਚੋ ਜ਼ਰਾ। ਪੰਜਾਬੀ ਦੀ ਕਹਾਵਤ ਹੈ ਕਿ ਹਸਾਏ ਦਾ ਨਾਮ ਨਹੀਂ ਹੁੰਦਾ, ਰਵਾਏ ਦਾ ਨਾਮ ਹੋ ਜਾਂਦਾ। ਕਿਸੇ ਨੇ 99 ਵਾਰੀ ਤੁਹਾਡੇ ਮਨ ਦੀ ਇੱਛਾ ਪੂਰੀ ਕੀਤੀ ਹੋਵੇ, 99 ਵਾਰੀ ਤੁਹਾਨੂੰ ਟਾਫੀਆਂ ਲਿਆ ਕੇ ਦਿੱਤੀਆਂ ਹੋਣ, ਜਿਹੜੀ ਇੱਕ ਵਾਰੀ ਨਹੀਂ ਦਿੱਤੀ ਨਾ, ਉਹ ਹੀ ਚੇਤਾ ਰਹਿਣੀ ਹੈ, 99 ਵਾਰੀ ਦਾ ਚੇਤਾ ਨਹੀਂ ਰਹਿਣਾ। ਸੋ ਆਪਾਂ ਨੂੰ ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖਣ ਦੀ ਲੋੜ ਹੈ। ਜੇ ਆਪਾਂ ਕਿਸੇ ਦੀ ਚੰਗੀ ਕੀਤੀ ਨੂੰ ਵੀ ਇੱਕ ਹੱਥ ਵਿੱਚ ਤੋਲ ਲਵਾਂਗੇ ਨਾ, ਤੇ ਫਿਰ ਜਿਹੜੀ ਉਹਦੀ ਮਾੜੀ ਕੀਤੀ ਹੈ ਦੂਸਰੇ ਹੱਥ ਵਿੱਚ, ਉਹ ਹੱਥ ਨੀਵਾਂ ਹੋ ਜਾਏਗਾ, ਉਹ ਤੱਕੜੀ ਦਾ ਪਾਸਾ ਨੀਵਾਂ ਹੋ ਜਾਏਗਾ। ਕਿਉਂ? ਕਿਉਂਕਿ ਜਦੋਂ ਆਪਾਂ ਨੂੰ ਗੁੱਸਾ ਉਦੋਂ ਹੀ ਆਉਂਦਾ ਨਾ ਜਦੋਂ ਆਪਾਂ ਸੋਚਦੇ ਹਾਂ ਕਿ ਇਹਨੇ ਮੈਨੂੰ ਬਹੁਤ ਤੰਗ ਕੀਤਾ, ਮੇਰੇ ਨਾਲ ਬਹੁਤ ਮਾੜੀ ਕੀਤੀ ਹੈ। ਜਦੋਂ ਆਪਾਂ ਇਹ ਸੋਚਾਂਗੇ ਇਹਨੇ ਤਾਂ ਚੰਗੀ ਵੀ ਕੀਤੀ ਸੀ, ਇਹਨੇ ਤਾਂ ਇੰਨੇ ਕੰਮ ਚੰਗੇ ਵੀ ਕੀਤੇ ਸਨ, ਫਿਰ ਮਨ ਬਹੁਤ ਸ਼ਾਂਤ ਹੋ ਜਾਂਦਾ। ਸੋ ਜਿਹੜਾ ਕਿਸੇ ਦੀ ਚੰਗੀ ਕੀਤੀ ਨੂੰ ਨਹੀਂ ਮੰਨਦਾ, ਨਹੀਂ ਚੇਤੇ ਰੱਖਦਾ, ਉਹਨੂੰ ਗੁਰਬਾਣੀ ਵਿੱਚ ਕੀ ਲਿਖਿਆ? ਅਕਿਰਤ ਕਣ। ਐੜਾ, ਕੱਕਾ, ਰਾਰਾ, ਤੱਤਾ, ਘੱਗਾ ਤੇ ਅਣਾਣਾ। ਅਕਿਰਤ ਕਣ, ਕਿਸੇ ਦੀ ਕੀਤੀ ਨੂੰ ਨਾ ਜਾਣਨ ਵਾਲਾ,
ਉਹ ਅਕਿਰਤ ਘਣ ਜਿਹੜਾ ਉਹਦੇ ਵਾਸਤੇ ਲਿਖਿਆ, ਅਕਿਰਤ ਘਣਾ ਕਉ ਰੱਖੈ ਨਾ ਕੋਈ। ਅਕਿਰਤ ਘਣਾ ਕਉ ਰੱਖੈ ਨਾ ਕੋਈ, ਉਹਨਾਂ ਨੂੰ ਕੋਈ ਨਹੀਂ ਰੱਖਦਾ। ਤੇ ਫਿਰ ਕੀ ਹੁੰਦਾ? ਨਰਕ ਘੋਰ ਮੈਂ ਪਾਵਣਾ। ਉਹਨਾਂ ਨੂੰ ਘੋਰ ਅੰਧ ਨਰਕ, ਕੁੰਭੀ ਨਰਕ ਦੇ ਵਿੱਚ ਉਹਨਾਂ ਨੂੰ ਅੱਗੇ ਜਾ ਕੇ ਵੀ ਸੁੱਟਿਆ ਜਾਂਦਾ, ਜਿਹੜੇ ਕਿਸੇ ਦੇ ਕੀਤੀ ਨੂੰ ਚੇਤਾ ਨਹੀਂ ਰੱਖਦੇ। ਇਹਦੀ ਵਿਆਖਿਆ ਜਿੰਨੀ ਮਰਜ਼ੀ ਲੰਬੀ ਚੌੜੀ ਕਰੀ ਜਾਈਏ, ਪਰਿਵਾਰਾਂ ਦੇ ਵਿੱਚ ਇਹੋ ਜਿਹਾ ਬਹੁਤ ਕੁਝ ਹੁੰਦਾ ਹੈ, ਪਰ ਆਪਾਂ ਸਾਰਿਆਂ ਨੂੰ ਵਿਸ਼ੇਸ਼ ਰੂਪ ਵਿੱਚ ਮਾਤਾ ਪਿਤਾ ਦੀ ਕੀਤੀ ਚੰਗੀ ਨੂੰ ਸਦਾ ਹੀ ਚੇਤਾ ਰੱਖਣਾ ਚਾਹੀਦਾ। ਆਪਾਂ ਮਾਤਾ ਪਿਤਾ ਦਾ ਦੇਣ ਨਹੀਂ ਦੇ ਸਕਦੇ। ਜੇ ਮਾਂ ਪਿਓ ਦੀ ਕੀਤੀ ਨੂੰ ਭੁੱਲ ਜਾਂਦੇ ਹਾਂ ਤੇ ਆਪਾਂ ਅਕਿਰਤ ਘਾਣਾ, ਔਰ ਅਕਿਰਤ ਘਣਤਾ ਸਭ ਪਾਪਾਂ ਤੋਂ ਵੱਡਾ ਪਾਪ ਹੈ। ਉਹ ਮਾਤਾ ਪਿਤਾ ਦਾ ਦੇਣ ਤਾਂ ਦੇ ਹੀ ਨਹੀਂ ਸਕਦੇ। ਆਪਾਂ ਮਾਂ ਪਿਓ ਦਾ ਦੇਣ ਕਿਵੇਂ ਦੇਵਾਂਗੇ? ਜਦੋਂ ਆਪਾਂ ਨੂੰ ਮਾਤਾ ਨਿਕਲੀ ਹੋਵੇ, ਆਪਾਂ ਨੂੰ ਕਿੰਨਾ ਬੁਖਾਰ ਚੜਿਆ ਹੋਵੇ, ਟੱਟੀ ਪਿਸ਼ਾਬ ਦੇ ਲਿਬੜੇ ਹੋਈਏ, ਤੇ ਉਦਣ ਮਾਂ ਹਿੱਕ ਨਾਲ ਲਾ ਕੇ ਸੁਵਾਉਂਦੀ ਹੈ। ਉਸ ਮਾਂ ਦਾ ਦੇਣ ਆਪਾਂ ਕਿਵੇਂ ਦੇ ਸਕਦੇ ਹਾਂ? ਕਦੀ ਸੋਚਿਆ ਤੁਸੀਂ? ਆਪਾਂ ਨਹੀਂ ਦੇ ਸਕਦੇ, ਕਈ ਜਨਮ ਨਹੀਂ ਦੇ ਸਕਦੇ। ਬੀਰਬਲ ਦੇ ਬਾਰੇ ਇੱਕ ਕਹਾਣੀ ਹੈ ਕਿ ਬੀਰਬਲ ਕਿਸੇ ਗੱਲੋਂ ਆਪਣੀ ਮਾਂ ਨਾਲ ਲੜ ਪਿਆ, ਤੇ ਉਦੋਂ ਉਹ ਬੜਾ ਵੱਡਾ ਵਜ਼ੀਰ ਬਣਿਆ ਸੀ ਰਾਜੇ ਦਾ। ਬੀਰਬਲ ਨੇ ਮਾਂ ਨੂੰ ਕੁਛ ਤੱਤਾ ਬੋਲ ਦਿੱਤਾ, ਤੇ ਮਾਂ ਕਹਿੰਦੀ ਹੈ, ਕਾਕਾ ਤੂੰ ਅੱਜ ਵਜ਼ੀਰ ਬਣ ਕੇ ਚੌੜਾ ਹੋਣ ਡਿਆ ਤੇ ਮੈਨੂੰ ਦੱਸਣ ਡਿਆ ਕਿ ਮੈਂ ਆਹ ਕੀਤਾ, ਮੈਂ ਆਹ ਕੀਤਾ। ਤੂੰ ਮੇਰੀ ਕੀਤੀ ਦਾ, ਤੂੰ ਮੇਰਾ ਅਹਿਸਾਨ ਕਿਵੇਂ ਚੁਕਾ ਸਕਦਾ? ਤੈਨੂੰ ਨਹੀਂ ਪਤਾ ਕਿ ਜਿੱਦਣ ਤੇਰਾ ਜਨਮ ਹੋਇਆ ਉਦਣ ਮੈਂ ਕਿੰਨੇ ਦੁੱਖ ਭੋਗੇ ਨੇ। ਤੇਰੇ ਜਨਮ ਸਮੇਂ ਦੁੱਖ ਭੋਗਣ ਕਰਕੇ ਤੂੰ ਅੱਜ ਵਜ਼ੀਰ ਬਣਿਆ। ਬੀਰਬਲ ਵਿਚਾਰਾ ਚੁੱਪ ਜਿਹਾ ਹੋ ਗਿਆ, ਨਿੰਮੋ ਝੋਣਾ ਹੋ ਕੇ ਆਉਂਦਾ। ਮਾਂ ਉਹ ਕੀ ਸੀ? ਉਹ ਆਂਦੀ ਹੈ, ਕਾਕਾ ਜੋਤਸ਼ੀ ਨੇ ਦੱਸਿਆ ਸੀ ਕਿ ਜੇ ਇੰਨੇ ਵੱਜ ਕੇ ਇੰਨੇ ਮਿੰਟ 'ਤੇ ਤੇਰਾ ਜਨਮ ਹੋਏਗਾ ਤਾਂ ਤੂੰ ਰਾਜਾ ਬਣੇਗਾ, ਜੇ ਉਦੋਂ ਇੰਨਾ ਚਿਰ ਪਹਿਲੋਂ ਹੋ ਗਿਆ ਤਾਂ ਤੂੰ ਵਜ਼ੀਰ ਬਣੇਗਾ। ਉਹ ਕਹਿੰਦਾ, ਮਾਂ ਕਹਿੰਦੀ ਹੈ ਕਿ ਮੇਰਾ ਤਾਂ ਜੀਅ ਕਰਦਾ ਸੀ ਕਿ ਤੂੰ ਰਾਜਾ ਬਣੇ। ਹੁਣ ਸੂਤਕ ਪੀੜਾਂ ਜਿਹੜੀਆਂ ਨੇ ਉਹ ਤਾਂ ਪ੍ਰਕਿਰਤੀ ਦੇ ਸਰੀਰ ਦੇ ਵਿੱਚ ਸ਼ੁਰੂ ਕਰਨੀਆਂ ਹੀ ਨੇ, ਕੋਈ ਰੋਕ ਤਾਂ ਸਕਦਾ ਨਹੀਂ। ਆਖੇ ਮੈਂ ਉਸ ਸੂਤਕ ਪੀੜਾਂ ਵੇਲੇ ਤੋਂ ਪਹਿਲੋਂ ਸ਼ੁਰੂ ਹੋ ਗਈਆਂ, ਤੇਰੇ ਜਨਮ ਨੂੰ ਰੋਕਣ ਵਾਸਤੇ, ਦੇਰ ਨਾਲ ਕਰਨ ਵਾਸਤੇ, ਤੈਨੂੰ ਰਾਜਾ ਬਣਾਉਣ ਨੂੰ। ਸੂਤਕ ਪੀੜਾਂ ਹੁੰਦਿਆਂ ਹੋਇਆਂ ਵੀ ਮੈਂ ਆਪਣਿਆਂ ਗਿੱਟਿਆਂ ਨੂੰ ਰੱਸੀ ਬੰਨ੍ਹ ਕੇ ਤੇ ਛੱਤ ਨਾਲ ਲਟਕ ਗਈ। ਇੱਕ ਪਾਸੇ ਸੂਤਕ ਪੀੜਾਂ ਤੇ ਇੱਕ ਪਾਸੇ ਛੱਤ ਨਾਲ ਲਟਕਣ ਦੀਆਂ ਪੀੜਾਂ। ਮੈਂ ਉਹ ਕੀਤਾ, ਤੇ ਫਿਰ ਵੀ ਸਰੀਰਕ ਪ੍ਰਕਿਰਤੀ ਦੀ ਸ਼ਕਤੀ ਇੰਨੀ ਪ੍ਰਬਲ ਸੀ ਕਿ ਬੀਰਬਲ ਪੁੱਠੇ ਲਟਕਿਆਂ ਹੋਇਆਂ ਵੀ ਮੈਂ ਇੰਨਾ ਸਮਾਂ ਨਾ ਲੰਘਾ ਸਕੀ ਕਿ ਤੂੰ ਉਸ ਪਲ ਵਿੱਚ ਜਨਮ ਲੈਂਦਾ ਜਿਸ ਪਲ ਵਿੱਚ ਤੂੰ ਰਾਜਾ ਬਣਨਾ ਸੀ। ਤੇਰਾ ਜਨਮ ਪਹਿਲੋਂ ਹੋ ਗਿਆ, ਜਿਸ ਕਰਕੇ ਤੂੰ ਵਜ਼ੀਰ ਬਣ ਗਿਆ। ਮਾਂ ਕਹਿੰਦੀ ਹੈ ਕਿ ਕਾਕਾ ਤੂੰ ਮੇਰਾ ਦੇਣ ਕੀ ਦੇਵੇਂਗਾ? ਸੋ ਇਸ ਕਰਕੇ ਆਪਾਂ ਨੂੰ ਇਹ ਧਿਆਨ ਕਰਨ ਦੀ ਲੋੜ ਹੈ ਕਿ ਅਸੀਂ ਮਾਤਾ ਪਿਤਾ ਦਾ ਦੇਣ ਨਹੀਂ ਦੇ ਸਕਦੇ। ਖੌਰੇ ਕਿੰਨੀਆਂ ਮੁਸ਼ਕਿਲਾਂ ਦੇ ਵਿੱਚ ਮਾਤਾ ਪਿਤਾ ਨੇ ਸਾਨੂੰ ਕਿਵੇਂ 2-2 ਰੁਪਈਏ ਜੋੜ ਕੇ ਪੜ੍ਹਾਇਆ, ਸਾਨੂੰ ਰੋਟੀ ਦਿੱਤੀ। ਖੌਰੇ ਕਿੰਨੀਆਂ ਮੁਸ਼ਕਿਲਾਂ 'ਚ ਸਾਡੀਆਂ ਕਿੰਨੀਆਂ ਗਲਤੀਆਂ ਜਰ ਕੇ ਸਾਨੂੰ ਪੜ੍ਹਾਈ ਪੂਰੀ ਕਰਵਾਈ। ਬੱਚੇ ਸਕੂਲੇ ਜਾਂਦੇ ਹੀ ਨਹੀਂ, ਪੜ੍ਹਦੇ ਹੀ ਨਹੀਂ। ਮਾਂ ਪਿਓ ਨੇ ਲਾਡ ਕੀਤਾ, 2 ਠੋਕੀਆਂ, ਕਿੰਨੀਆਂ ਸਾਡੀਆਂ ਗਲਤ ਗੱਲਾਂ ਮੰਨੀਆਂ। ਤੇ ਫਿਰ ਅਸੀਂ 10-12 ਪੜ੍ਹੇ। ਉਦੋਂ ਗਾਂ ਜਦੋਂ ਹੋਰ 4 ਜਮਾਤਾਂ ਪੜ੍ਹ ਕੇ ਅਸੀਂ 4 ਪੈਸੇ ਕਮਾਉਣ ਲੱਗ ਪੈਂਦੇ ਹਾਂ ਤੇ ਅਸੀਂ ਮਾਂ ਪਿਓ ਨੂੰ ਫੂੰ ਕਰਦੇ ਹਾਂ, ਤੇ ਮੈਂ ਆਪੇ ਕੀਤਾ ਨਾ, ਮੈਂ ਕੈਰੀਅਰ ਬਣਾਇਆ, ਤੂੰ ਕੌਣ ਹੈ, ਤੂੰ ਕੀ ਸਵਾਰਿਆ ਮੇਰਾ? ਸ਼ਰਮ ਆਉਣੀ ਚਾਹੀਦੀ। ਚਲੋ ਮਾਤਾ ਪਿਤਾ ਤਾਂ ਬਹੁਤ ਵੱਡੀ ਚੀਜ਼ ਨੇ। ਇਸ ਕਰਕੇ ਸਾਧ ਸੰਗਤ ਜੀ, ਇੱਕ ਤਾਂ ਮਾਤਾ ਪਿਤਾ ਦੇ ਮਾਮਲੇ ਦੇ ਵਿੱਚ ਅਕਿਰਤ ਘਣ ਨਹੀਂ ਬਣਨਾ ਚਾਹੀਦਾ। ਮਾਤਾ ਪਿਤਾ ਪੂਰਨ ਸਤਿਕਾਰਯੋਗ ਨੇ। ਆਪਾਂ ਜੋ ਹੈਗੇ ਆ ਮਾਤਾ ਪਿਤਾ ਕਰਕੇ ਹੀ ਆ, ਮਾਂ ਪਿਓ ਦਾ ਦੇਣ ਦੇ ਹੀ ਨਹੀਂ ਸਕਦੇ।
ਸੋ ਮਾਤਾ ਪਿਤਾ ਜੇ ਤੁਹਾਨੂੰ ਤੰਗ ਵੀ ਕਰਨ ਤਾਂ ਮਾਤਾ ਪਿਤਾ ਨਾਲ ਬਦਸਲੂਕੀ ਨਾ ਕਰੋ, ਸੇਵਾ ਕਰੋ, ਸਤਿਕਾਰ ਕਰੋ। ਜੇ ਬਚਨ ਨਹੀਂ ਮੰਨਿਆ ਜਾਂਦਾ ਉਹ ਇੱਕ ਵੱਖਰੀ ਗੱਲ ਹੈ। ਮੈਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਮਾਤਾ ਪਿਤਾ ਬੜੇ ਵੱਡੇ ਵੱਡੇ ਪੱਖਪਾਤ ਕਰ ਦਿੰਦੇ ਨੇ ਬੱਚਿਆਂ ਨਾਲ। ਆਪਣੇ ਬੱਚਿਆਂ ਨੂੰ ਆਪਸ ਵਿੱਚ ਵੀ ਮਾਤਾ ਪਿਤਾ ਲੜਾ ਦਿੰਦੇ ਨੇ, ਇੱਕ ਬੱਚੇ ਦਾ ਪੱਖ ਕਰਕੇ ਦੂਜੇ ਨੂੰ ਬਿਲਕੁਲ ਹੀ ਨੰਗ ਕਰ ਦਿੰਦੇ ਨੇ। ਇਹੋ ਜਿਹਾ ਬੜਾ ਕੁਛ ਮਾਤਾ ਪਿਤਾ ਕਰ ਦਿੰਦੇ ਨੇ ਜਦੋਂ ਬੱਚੇ ਜਵਾਨ ਹੁੰਦੇ ਨੇ। ਉਹ ਇੱਕ ਵੱਖਰੀ ਗੱਲ ਹੈ। ਉਹਨਾਂ ਦੇ ਕਰਮ ਤੋਂ ਬਚਣਾ ਉਹ ਇੱਕ ਹੋਰ ਗੱਲ ਹੈ, ਪਰ ਮਾਤਾ ਪਿਤਾ ਦੀ ਕੀਤੀ ਨੂੰ ਭੁਲਾ ਦੇਣਾ ਇੱਕ ਹੋਰ ਗੱਲ ਹੈ। ਇਸ ਕਰਕੇ ਮਾਤਾ ਪਿਤਾ ਦੀ ਸੇਵਾ ਸਤਿਕਾਰ ਹਰ ਹਾਲਤ ਵਿੱਚ ਕਰਨਾ ਚਾਹੀਦਾ। ਹੁਣ ਅਗਲੀ ਗੱਲ, ਸਿਰਫ ਮਾਤਾ ਪਿਤਾ ਦਾ ਹੀ ਨਹੀਂ, ਆਪਣੇ ਕਿਸੇ ਵੀ ਪਰਿਵਾਰਕ ਸਰੀਰ ਦਾ, ਛੋਟੇ ਵੱਡੇ ਦਾ ਜਾਂ ਹੋਰ ਵੀ ਕਿਸੇ ਸੱਜਣ ਮਿੱਤਰ ਦਾ, ਉਹਦੀ ਕੀਤੀ ਨੂੰ ਆਪਾਂ ਨੂੰ ਨਹੀਂ ਭੁਲਾਉਣਾ ਚਾਹੀਦਾ। ਜੇ ਆਪਾਂ ਭੁਲਾਵਾਂਗੇ ਤਾਂ ਆਪਾਂ ਅਕਿਰਤ ਕਣ ਬਣਦੇ ਹਾਂ। ਅਤੇ ਅਕਿਰਤ ਘਣਾ ਕਉ ਰੱਖੈ ਨਾ ਕੋਈ, ਸੱਚੇ ਪਾਤਸ਼ਾਹ ਦਾ ਬਚਨ ਹੈ, ਅਕਿਰਤ ਘਣਾ ਕਉ ਰੱਖੈ ਨਾ ਕੋਈ, ਨਰਕ ਘੋਰ ਮੈਂ ਪਾਵਣਾ। ਕੁੰਭੀ ਨਰਕ 'ਚ ਪੈਣਗੇ। ਕੁੰਭੀ ਨਰਕ ਅਗਲੇ ਨਰਕ 'ਚ ਤੇ ਉੱਥੇ ਜਾ ਕੇ ਪਤਾ ਲੱਗੇਗਾ ਨਾ ਕਿੰਨਾ ਕੁ ਖਤਰਨਾਕ ਹੈ। ਜਦੋਂ ਆਪਾਂ ਗੁੱਸਾ ਆ ਕੇ ਸੜਦੇ ਹਾਂ ਅਤੇ ਪਰਿਵਾਰ 'ਚ ਕਲੇਸ਼ ਹੁੰਦਾ, ਨਰਕ ਤਾਂ ਇੱਥੇ ਹੀ ਬਣ ਜਾਂਦਾ ਨਾ। ਬਣਦਾ ਕਿ ਨਹੀਂ ਬਣਦਾ, ਜ਼ਰਾ ਸੋਚੋ। ਸੋ ਸਾਧ ਸੰਗਤ ਜੀ, ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖੋ। ਜਦੋਂ ਗੁੱਸਾ ਆਉਂਦਾ ਕਿ ਇਹਨੇ ਮੇਰੀ ਆਹ ਗੱਲ ਨਹੀਂ ਮੰਨੀ, ਮੈਨੂੰ 10 ਰੁਪਈਏ ਨਹੀਂ ਦਿੱਤੇ, ਮੈਨੂੰ ਗਹਿਣੇ ਨਹੀਂ ਲੈ ਕੇ ਦਿੱਤੇ, ਮੈਨੂੰ ਕਾਰ ਨਹੀਂ ਲੈ ਕੇ ਦਿੱਤੀ ਇਹਨੇ, ਜਾਂ ਮੇਰੇ ਘਰ ਵਾਲੀ ਨੇ ਮੇਰੇ ਵਾਸਤੇ ਮੇਰੇ ਮੁਤਾਬਕ ਆਹ ਰੋਟੀ ਨਹੀਂ ਬਣਾਈ, ਮੈਨੂੰ ਜਲੇਬੀਆਂ ਨਹੀਂ ਅੱਜ ਬਣਾ ਕੇ ਖਵਾਈਆਂ, ਮੇਰਾ ਬਿਸਤਰਾ ਨਹੀਂ ਠੀਕ ਕੀਤਾ, ਜੋ ਵੀ ਵੱਖੋ ਵੱਖਰੇ ਸਾਡੇ ਪਰਿਵਾਰਕ ਜੀਆਂ ਦੇ ਨਾਲ ਸਾਡੀਆਂ ਨਾਰਾਜ਼ਗੀਆਂ ਹੁੰਦੀਆਂ ਨੇ, ਉਦੋਂ ਉਹਦੀਆਂ ਚੰਗੀਆਂ ਕੀਤੀਆਂ ਵੀ ਚੇਤਾ ਕਰ ਲਿਆ ਕਰੋ ਕਿ ਇਹਨੇ ਮੇਰੀਆਂ ਇੰਨੀਆਂ ਜਰੀਆਂ ਵੀ ਨੇ ਅਤੇ ਇੰਨੀਆਂ ਮੇਰੇ ਵਾਸਤੇ ਇਹਨੇ ਚੰਗੀਆਂ ਵੀ ਕੀਤੀਆਂ ਨੇ। ਜਦੋਂ ਆਪਾਂ ਚੰਗੀਆਂ ਕੀਤੀਆਂ ਜਰਾਂਗੇ ਨਾ, ਫਿਰ ਗੁੱਸਾ ਉਸੇ ਵੇਲੇ ਇਸ ਤਰ੍ਹਾਂ ਸ਼ਾਂਤ ਹੋ ਜਾਏਗਾ ਜਿਵੇਂ ਦੁੱਧ ਦਾ ਉਬਾਲਾ ਆਇਆ ਹੋਵੇ ਅਤੇ ਪਾਣੀ ਦਾ ਛੱਟਾ ਮਾਰੀਏ ਨਾ ਅਤੇ ਝੱਟ ਥੱਲੇ ਬਹਿ ਜਾਂਦਾ। ਇਸੇ ਤਰ੍ਹਾਂ ਤੁਹਾਡਾ ਗੁੱਸਾ ਵੀ ਸ਼ਾਂਤ ਹੋ ਜਾਏਗਾ। ਕਰਕੇ ਵੇਖੋ ਕਿ ਅੱਛਾ, ਇਹਨੇ ਜੇ ਇੰਨੀ ਮਾੜੀਆਂ ਕੀਤੀਆਂ ਨੇ ਅਤੇ ਇਹਨੇ ਇੰਨੀਆਂ ਚੰਗੀ ਵੀ ਤਾਂ ਉਹ ਕੀਤੀ ਸੀ ਨਾ। ਚਲੋ ਕੋਈ ਨਹੀਂ ਗੀ ਗੱਲ, ਸਾਰੀਆਂ ਗੱਲਾਂ ਕੋਈ ਵੀ ਨਹੀਂ ਮੰਨਦਾ ਹੁੰਦਾ, ਅਤੇ ਕੋਈ ਨਹੀਂ ਗੱਲ, ਜਿਹੜੀ ਬਹੁਤੀ ਜ਼ਰੂਰੀ ਗੱਲ ਉਹ ਤਾਂ ਫੇਰ ਕਰਾਂਗੇ, ਨਹੀਂ ਤਾਂ ਹੋਰ ਕੋਈ ਢੰਗ ਬਣਾਈਏ। ਇਹੋ ਜਿਹਾ ਸੋਚੋ ਅਤੇ ਆਪਾਂ ਅਕਿਰਤ ਘਣ ਨਾ ਬਣੀਏ। ਜਦੋਂ ਆਪਾਂ ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖਾਂਗੇ, ਚੰਗੀ ਕੀਤੀ ਨੂੰ ਚੇਤਾ ਰੱਖਣ ਕਰਕੇ ਸਾਨੂੰ ਕਿਸੇ 'ਤੇ ਗੁੱਸਾ ਨਹੀਂ ਆਵੇਗਾ। ਜਦੋਂ ਕਿਸੇ ਦੀ ਚੰਗੀ ਕੀਤੀ ਨੂੰ ਦਾ ਚੇਤਾ ਰੱਖਾਂਗੇ ਨਾ, ਸਾਨੂੰ ਕਿਸੇ ਵਾਸਤੇ ਪ੍ਰੇਮ ਆਵੇਗਾ, ਸਾਡੇ ਮਨ ਦੇ ਵਿੱਚ ਕਿਸੇ ਵਾਸਤੇ ਦਇਆ ਆਏਗੀ, ਕ੍ਰੋਧ ਨਹੀਂ ਆਏਗਾ। ਜੇ ਆਪ ਜੀ ਨੂੰ ਕ੍ਰੋਧ ਨਹੀਂ ਆਏਗਾ ਅਤੇ ਕੱਕਾ ਕ੍ਰੋਧ ਅਤੇ ਕੱਕਾ ਕਲੇਸ਼ ਆਪੇ ਹੀ ਘਟ ਗਏ ਨਾ। ਕ੍ਰੋਧ ਘਟ ਗਿਆ ਤਾਂ ਕਲੇਸ਼ ਵੀ ਘਟ ਗਿਆ। ਸੋ ਮੇਰੀ ਇਸ ਬੇਨਤੀ ਨੂੰ ਉਚੇਚ ਨਾਲ ਪ੍ਰਵਾਨ ਕਰੋ ਕਿ ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖਣਾ। ਕਿਸੇ ਨੇ ਮੇਰੀਆਂ ਮੰਨੀਆਂ ਸੀ, ਕਿੰਨੀਆਂ ਮੰਨੀਆਂ ਸੀ, ਮੈਂ ਉਹਨਾਂ ਨੂੰ ਚੇਤਾ ਰੱਖਣਾ, ਅਤੇ ਜਿਹੜੀ ਨਹੀਂ ਮੰਨੀ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਨੀ ਹੈ, ਉਹ ਵੀ ਜੇ ਜ਼ਰੂਰੀ ਹੈ। ਅਤੇ ਸੰਜਮ ਰੱਖਣਾ, ਸੰਤੋਖ ਰੱਖਣਾ, ਔਰ ਸੰਜਮ ਸੰਤੋਖ ਰੱਖਦਿਆਂ ਹੋਇਆਂ ਜਿੰਨੀਆਂ ਚੀਜ਼ਾਂ ਦੀ ਲੋੜ ਹੈ ਉਨੀਆਂ ਚੀਜ਼ਾਂ ਦੀ ਹੀ ਖਿੱਚ ਕਰਨੀ ਹੈ। ਸਹਜ ਸੰਤੋਖ ਸਿਗਾਰੀਆ ਮਿੱਠਾ ਬੋਲਣੀ, ਸਹਿਜ ਸੰਤੋਖ ਦਾ ਸ਼ਿੰਗਾਰ ਕਰਕੇ ਅਤੇ ਮਿੱਠਾ ਬੋਲਣਾ। ਫਿਰ ਕੀ ਹੋਏਗਾ? ਮਿੱਠਾ ਬੋਲੈ ਨਿਵ ਚਲੈ, ਸੇਜੈ ਰਵੈ ਪਤਾਰ। ਜੇ ਮਿੱਠਾ ਬੋਲਾਂਗੇ, ਨਿਉ ਕੇ ਚੱਲਾਂਗੇ ਤਾਂ ਸਾਨੂੰ ਪ੍ਰੇਮ ਮਿਲੇਗਾ ਹੀ ਮਿਲੇਗਾ, ਪੱਕੀ ਗੱਲ ਹੈ। ਔਰ ਜਿਵੇਂ ਮੈਂ ਆਪ ਜੀ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਗੁਰਬਾਣੀ ਅਨੁਸਾਰ ਮਨੁੱਖ ਦਾ ਸਰਵੋਤਮ ਕਾਰਜ ਹੈ ਪ੍ਰਭੂ ਵਿੱਚ ਲੀਨ ਹੋਣਾ, ਪ੍ਰਭੂ ਦਾ ਰੂਪ ਬਣ ਜਾਣਾ। ਅਤੇ ਪ੍ਰਭੂ ਦੇ ਗੁਣ, ਪ੍ਰਭੂ ਦੀ ਵਿਆਖਿਆ ਕਰਦਿਆਂ ਸੱਚੇ ਪਾਤਸ਼ਾਹ ਜੀ ਨੇ ਕੀ ਬਚਨ ਕੀਤੇ ਨੇ ਉਹ ਸੁਣ ਲਓ। ਆਪਾਂ ਵੀ ਪ੍ਰਭੂ ਦਾ ਰੂਪ ਬਣਨ ਦੀ ਕੋਸ਼ਿਸ਼ ਕਰੀਏ
ਮਿੱਠ ਬੋਲੜਾ ਜੀਓ ਹਰ ਸੱਜਣ ਸੁਆਮੀ ਮੋਰਾ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਉਹ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਮੇਰਾ ਹਰੀ ਸੱਜਣ ਜਿਹੜਾ ਹੈ, ਪ੍ਰਭੂ ਮੇਰਾ ਮਿੱਤਰ, ਉਹ ਸਦਾ ਹੀ ਮਿੱਠਾ ਬੋਲਦਾ। ਮੈਂ ਬੜਾ ਜ਼ੋਰ ਲਾ ਕੇ ਵੇਖਿਆ ਉਹਨੂੰ ਤੰਗ ਕਰਕੇ, ਉਹ ਕਦੇ ਨਹੀਂ ਕੌੜਾ ਬੋਲਦਾ। ਕੌੜਾ ਬੋਲ ਨਾ ਜਾਣਾ ਪੂਰਨ ਭਗਵਾਨ ਹੈ। ਉਹ ਅਪੂਰਨ ਭਗਵਾਨ ਨਹੀਂ, ਅਧੂਰਾ ਨਹੀਂ, ਪੂਰਾ ਭਗਵਾਨ ਹੈ। ਤੇ ਕੌੜਾ ਬੋਲਣਾ ਆਉਂਦਾ ਹੀ ਨਹੀਂ। ਔਗਣ ਕੋ ਨਾ ਚਿਤਾਰੇ, ਮੇਰੀ ਕੀਤੀ ਗਲਤੀ ਦਾ ਚੇਤਾ ਹੀ ਨਹੀਂ ਰੱਖਦਾ। ਪਤਿਤ ਪਾਵਨ ਹਰ ਬਿਰਦ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਚੰਗੀ ਕੀਤੀ ਮੇਰੀ ਨੂੰ ਉਹ ਵਿਸਾਰਦਾ ਨਹੀਂ। ਤੇ ਆਪਾਂ ਵੀ ਜੇ ਪ੍ਰਭੂ ਦਾ ਰੂਪ ਬਣੀਏ ਨਾ, ਜਿੰਨਾ ਕੁ ਬਣ ਜਾਈਏ, ਜੇ ਸਾਰਾ ਨਹੀਂ ਤੇ 10%, 20, 30, ਜਿੰਨਾ ਕੁ ਬਣ ਜਾਈਏ, ਜਿੰਨੇ ਮਿੰਟ ਸਕਿੰਟ ਲਈ ਬਣ ਜਾਈਏ ਓਨਾ ਹੀ ਸਹੀ। ਇਸ ਤਰ੍ਹਾਂ ਕਰਕੇ ਆਪਾਂ ਕਿਸੇ ਦੀ ਚੰਗੀ ਕੀਤੀ ਨੂੰ ਚੇਤਾ ਰੱਖੀਏ, ਅਕਿਰਤ ਕਣ ਨਾ ਬਣੀਏ। ਕਿਉਂਕਿ ਅਕਿਰਤ ਕਣਾਂ ਨੂੰ ਕੋਈ ਨਹੀਂ ਰੱਖਦਾ। ਹਸਾਏ ਦਾ ਨਾਂ ਤੇ ਰਵਾਏ ਦਾ ਨਾਮ। ਹਸਾਏ ਦਾ ਨਹੀਂ ਹੁੰਦਾ, ਰਵਾਏ ਦਾ ਹੋ ਜਾਂਦਾ। ਆਪਾਂ ਹਸਾਏ ਦਾ ਕਰੀਏ ਨਾ, ਤਾਂ ਕਿ ਸਾਡਾ ਜੀਵਨ ਸੁਖੀ ਚੱਲੇ। ਜਿਹੜੀ ਮੈਂ ਤੁਕ ਸ਼ੁਰੂ ਵਿੱਚ ਪੜ੍ਹੀ ਸੀ, ਉਸ ਤੁਕ ਦਾ ਚੇਤਾ ਰੱਖੋ ਜੀ। ਅਕਿਰਤ ਘਣਾ ਕੋ ਰੱਖੈ ਨਾ ਕੋਈ, ਅਕਿਰਤ ਘਣਾ ਕੋ ਰੱਖੈ ਨਾ ਕੋਈ, ਨਰਕ ਘੋਰ ਮੈਂ ਪਾਵਣਾ। ਆਪਾਂ ਵੀ ਕਿਸੇ ਦੀ ਚੰਗੀ ਕੀਤੀ ਦਾ ਚੇਤਾ ਰੱਖੀਏ। ਇਹਨੇ ਮੇਰੀਆਂ ਇੰਨੀਆਂ ਗੱਲਾਂ ਮੰਨੀਆਂ ਸੀ, ਮੇਰੇ ਲਈ ਇੰਨੇ ਚੰਗੇ ਕੰਮ ਕੀਤੇ ਸੀ, ਅੱਜ ਨਹੀਂ ਹੋਏ ਜਾਂ ਨਹੀਂ ਕੀਤੇ ਤੇ ਚਲੋ ਕੋਈ ਗੱਲ ਨਹੀਂ, ਮੈਂ ਔਖੇ ਨਹੀਂ ਹੋਣਾ। ਸੋ ਇਹ ਬੇਨਤੀਆਂ ਪ੍ਰਵਾਨ ਕਰੋ ਤੇ ਆਪਣੇ ਪਰਿਵਾਰ ਚੋਂ ਕਲੇਸ਼ ਮਿਟਾ ਕੇ ਆਪਾਂ ਪ੍ਰੇਮ ਵਧਾਉਣਾ ਸ਼ੁਰੂ ਕਰੀਏ। 10ਵੇਂ ਪਾਤਸ਼ਾਹ ਦਾ ਬਚਨ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਸਾਡੇ ਪਰਿਵਾਰ ਦੇ ਵਿੱਚ ਪ੍ਰੇਮ ਆ ਜਾਏਗਾ, ਜੇ ਪ੍ਰਭੂ ਪ੍ਰਾਪਤੀ ਪ੍ਰੇਮ ਨਾਲ ਹੋ ਸਕਦੀ ਹੈ, ਤਾਂ ਸਾਨੂੰ ਪਰਿਵਾਰ ਪ੍ਰਾਪਤੀ ਕਿਉਂ ਨਹੀਂ ਹੋ ਸਕਦੀ। ਪੱਪੇ ਤੋਂ ਪ੍ਰਭੂ, ਪੱਪੇ ਤੋਂ ਪਰਿਵਾਰ, ਪੱਪੇ ਤੋਂ ਪ੍ਰੇਮ, ਪ੍ਰੇਮ ਨਾਲ ਪਰਿਵਾਰ ਦੀ ਪ੍ਰਾਪਤੀ ਵੀ ਹੋ ਸਕਦੀ ਹੈ, ਪ੍ਰੇਮ ਨਾਲ ਸੁੱਖ ਵੀ ਮਿਲ ਸਕਦਾ ਹੈ। ਪ੍ਰੇਮ ਵਧਾਉਣਾ ਸ਼ੁਰੂ ਕਰੀਏ ਤੇ ਉਹਦੇ ਵਾਸਤੇ ਅਕਲ ਦੀ ਲੋੜ ਹੈ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਇਹ ਕਰੋ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤੇ ਸਾਰੇ ਹੀ ਆਪਣੀ ਰਸਨਾ ਪਵਿੱਤਰ ਕਰਨ ਲਈ ਆਖੋ ਧੰਨ ਸਤਿਗੁਰੂ ਰਾਮਦਾਸ ਜੀ। ਸਤਿ ਕਰਤਾਰ। ਇਹਨਾਂ ਪੇਜਾਂ ਉੱਤੇ ਸਮੇਂ-ਸਮੇਂ ਤੇ ਕੁਝ ਖਾਸ ਪੋਸਟਾਂ ਅਤੇ ਵੀਡੀਓ ਪਾਈਆਂ ਜਾਂਦੀਆਂ ਹਨ। ਇਹਨਾਂ ਪੇਜਾਂ ਨੂੰ ਲਾਈਕ ਕਰੋ ਅਤੇ ਨੋਟੀਫਿਕੇਸ਼ਨ ਬਟਨ ਨੂੰ ਦਬਾਓ ਤਾਂ ਕਿ ਇਸ ਤਰ੍ਹਾਂ ਦੀਆਂ ਕੁਝ ਹੋਰ ਖਾਸ ਪੋਸਟਾਂ ਅਤੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ।